मुझे बारिश में चलना अच्छा लगता है ਤਾਂ ਕਿ मुझे कोई रोते हुए ना देख सके। ਤੇ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਫਿਲਮ ਦਾ ਡਾਇਲੌਗ ਨਹੀਂ ਬਲਕਿ ਇਹ ਲਾਈਨਾਂ ਇੱਕ ਅਜਿਹੇ ਇਨਸਾਨ ਨੇ ਕਹੀਆਂ ਨੇ ਜੋ ਆਪਣੇ ਦਿਲ ਵਿੱਚ ਲੱਖਾਂ ਹੀ ਦਰਦ ਤੇ ਅੱਖਾਂ ਵਿੱਚ ਹੰਝੂ ਛੁਪਾ ਕੇ ਲੋਕਾਂ ਨੂੰ ਸਾਰੀ ਜ਼ਿੰਦਗੀ ਹਸਾਉਣ ਦਾ ਕੰਮ ਕਰਦਾ ਰਿਹਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਮੇਡ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਸਭ ਤੋਂ ਮਹਾਨ ਕਮੇਡੀਅਨ ਚਾਰਲੀ ਚੈਪਲਿਨ ਦੀ, ਜੋ ਕਿ ਇੱਕ ਐਕਟਰ, ਡਾਇਰੈਕਟਰ, ਪ੍ਰੋਡਿਊਸਰ, ਸਕਰੀਨ ਰਾਈਟਰ ਤੇ ਕੰਪੋਜ਼ਰ ਦੇ ਨਾਲ-ਨਾਲ ਕਮੇਡੀਅਨ ਵੀ ਸੀ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਉਸ ਸਮੇਂ ਇਹ ਬਿਨਾਂ ਆਡੀਓ ਤੋਂ ਫਿਲਮਾਂ ਬਣਾਉਂਦੇ ਸੀ ਤੇ ਇਹ ਇਨਸਾਨ ਨੇ ਬਿਨਾਂ ਆਡੀਓ ਤੋਂ ਫਿਲਮਾਂ ਬਣਾ ਕੇ ਸੁਪਰ ਡੂਪਰ ਹਿੱਟ ਕਰ ਦਿੱਤੀਆਂ। ਜੇਕਰ ਆਡੀਓ ਵੀ ਹੁੰਦੀ ਤਾਂ ਕੀ ਕੁਝ ਕਰ ਦੇਣਾ ਸੀ। ਤੇ ਇਹਨਾਂ ਦਾ ਕਹਿਣਾ ਹੈ ਕਿ ਮੇਰਾ ਦਰਦ ਕਿਸੇ ਦੇ ਹੱਸਣ ਦੀ ਵਜ੍ਹਾ ਹੋ ਸਕਦਾ ਹੈ ਪਰ ਮੇਰਾ ਹੱਸਣਾ ਕਿਸੇ ਦੇ ਦਰਦ ਦੀ ਵਜ੍ਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਨਾਂ ਦਾ ਜ਼ਿਆਦਾਤਰ ਜੀਵਨ ਦਰਦਾਂ ਦੇ ਵਿੱਚ ਹੀ ਨਿਕਲਿਆ ਤੇ ਇਹਨਾਂ ਨੇ ਫੇਰ ਵੀ ਹੱਸਣਾ ਤੇ ਹਸਾਉਣਾ ਨਹੀਂ ਛੱਡਿਆ। ਤੇ ਤੁਹਾਨੂੰ ਦੱਸ ਦਈਏ ਕਿ ਇਹ ਅਮਰੀਕਾ ਵਿੱਚ ਅਮਰੀਕਨ ਸਿਨੇਮੇ ਲਈ ਫਿਲਮਾਂ ਬਣਾਉਂਦੇ ਸੀ ਪਰ ਇਹਨਾਂ ਨੂੰ ਕਿਸੇ ਸਮੇਂ ਅਮਰੀਕਾ ਤੋਂ ਕੱਢ ਦਿੱਤਾ ਗਿਆ ਸੀ। ਤੇ ਚਾਰਲੀ ਬਾਰੇ ਅੱਜ ਤੁਹਾਨੂੰ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਦੱਸਾਂਗੇ ਤੇ ਨਾਲ ਦੀ ਨਾਲ ਉਹਨਾਂ ਦੇ ਕਹੇ ਕੁਝ ਮਹਾਨ ਵਿਚਾਰਾਂ ਬਾਰੇ ਵੀ ਦੱਸਾਂਗੇ ਤੇ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਆਪਣੀ ਜ਼ਿੰਦਗੀ ਲਈ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸੋ ਚਾਰਲੀ ਦਾ ਪੂਰਾ ਨਾਮ ਚਾਰਲਸ ਸਪੈਂਸਰ ਚੈਪਲਿਨ ਸੀ ਤੇ ਇਹਨਾਂ ਦਾ ਜਨਮ 16 ਅਪ੍ਰੈਲ 1899 ਨੂੰ ਲੰਡਨ, ਇੰਗਲੈਂਡ ਵਿੱਚ ਹੋਇਆ ਸੀ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਚਾਰਲੀ ਦਾ ਜਨਮ ਹਿਟਲਰ ਦੇ ਜਨਮ ਤੋਂ 4 ਦਿਨ ਪਹਿਲਾਂ ਹੋਇਆ ਸੀ ਤੇ ਹਿਟਲਰ ਕਰਕੇ ਉਹ ਅੱਗੇ ਜਾ ਕੇ ਵਿਵਾਦਾਂ ਵਿੱਚ ਵੀ ਫਸੇ ਸੀ, ਕਿਉਂਕਿ ਚਾਰਲੀ ਦੇਖਣ ਵਿੱਚ ਵੀ ਥੋੜਾ ਹਿਟਲਰ ਵਰਗੇ ਲੱਗਦੇ ਸੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੇ ਸਮੇਂ ਹਰੇ ਪਰਦੇ ਤੇ ਸਟੰਟ ਕੀਤੇ ਜਾ ਸਕਦੇ ਨੇ, ਕੰਪਿਊਟਰਾਈਜ਼ VFX ਕਰਕੇ ਬਹੁਤ ਕੁਝ ਬਣਾਇਆ ਜਾ ਸਕਦਾ ਹੈ, ਪਰ ਉਸ ਸਮੇਂ ਕੁਝ ਵੀ ਨਹੀਂ ਹੁੰਦਾ ਸੀ। ਪਰ ਫਿਰ ਵੀ ਤੁਸੀਂ ਚਾਰਲੀ ਦੇ ਬਹੁਤ ਉਚਾਈ ਤੇ ਸਟੰਟ ਦੇਖ ਸਕਦੇ ਹੋ, ਬਿਲਡਿੰਗਾਂ ਤੇ ਲਟਕਦਾ ਦੇਖ ਸਕਦੇ ਹੋ। ਸੋ VFX ਤੋਂ ਬਿਨਾ ਹਰੇ ਪਰਦੇ ਤੋਂ ਇਹ ਕਿਵੇਂ ਕੀਤਾ ਗਿਆ। ਸੋ ਇਹ ਟੈਕਨੀਕ ਬਾਰੇ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਵੇਂ ਅੱਖਾਂ ਦਾ ਹੇਰ ਫੇਰ ਕਰਕੇ ਅਜਿਹੀਆਂ ਚੀਜ਼ਾਂ ਬਣਾ ਦਿੱਤੀਆਂ ਜਾਂਦੀਆਂ ਸੀ ਜੋ ਕਿ ਸੱਚਮੁੱਚ ਅਸਲ ਵਿੱਚ ਲੱਗਦੀਆਂ ਸੀ। ਪਰ ਅੱਜ ਕੱਲ ਇਹ ਚੀਜ਼ਾਂ ਬਹੁਤ ਹੀ ਸੌਖੀਆਂ ਹੋ ਗਈਆਂ ਨੇ। ਤੇ ਜੇਕਰ ਹੁਣ ਇਹਨਾਂ ਦੇ ਬਚਪਨ ਦੀ ਗੱਲ ਕਰੀਏ ਤਾਂ ਇਹਨਾਂ ਦੀ ਮਾਤਾ ਛੋਟੇ-ਮੋਟੇ ਸਟੇਜ ਤੇ ਗਾਉਂਦੀ ਸੀ ਤੇ ਇਹਨਾਂ ਦੇ ਪਿਤਾ ਵੀ ਗਾਣੇ ਗਾਉਂਦੇ ਸੀ, ਪਰ ਇਹਨਾਂ ਦੇ ਪਿਤਾ ਦਾਰੂ ਤੇ ਸੂਟਾ ਬਹੁਤ ਪੀਂਦੇ ਸੀ, ਜਿਸ ਕਾਰਨ ਇਹਨਾਂ ਦੇ ਮਾਤਾ ਪਿਤਾ ਦੀ ਆਪਸ ਵਿੱਚ ਬਣਦੀ ਨਹੀਂ ਸੀ। ਤੇ ਜਦੋਂ ਚਾਰਲੀ 2 ਸਾਲ ਦੇ ਸੀ ਉਦੋਂ ਇਹਨਾਂ ਦੇ ਪਿਤਾ ਬਿਨਾਂ ਤਲਾਕ ਲਏ ਤੋਂ ਇਹਨਾਂ ਦੀ ਮਾਤਾ ਤੇ ਇਹ 2 ਭਰਾਵਾਂ ਨੂੰ ਛੱਡ ਕੇ ਚਲੇ ਗਏ ਸੀ। ਤੇ ਹੁਣ ਚਾਰਲੀ ਆਪਣੀ ਮਾਤਾ ਤੇ ਭਰਾ ਨਾਲ ਕਿਰਾਏ ਤੇ ਰਹਿੰਦੇ ਸੀ ਤੇ ਇਹਨਾਂ ਦੀ ਮਾਤਾ ਸਟੇਜ ਤੇ ਕੰਮ ਕਰਕੇ ਥੋੜਾ ਬਹੁਤਾ ਗੁਜ਼ਾਰਾ ਕਰਦੀ ਸੀ। ਤੇ ਇਹ ਵੀਡੀਓ ਵਿੱਚ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਕਿ ਕਿਵੇਂ ਇੱਕ ਇਨਸਾਨ ਘਰੇਲੂ ਮਸਲਿਆਂ ਵਿੱਚੋਂ ਲੰਘ ਕੇ, ਬਹੁਤ ਜ਼ਿਆਦਾ ਦੁੱਖਾਂ ਤਕਲੀਫਾਂ ਵਿੱਚੋਂ ਲੰਘ ਕੇ ਫੇਰ ਵੀ ਲੋਕਾਂ ਨੂੰ ਹਸਾ ਰਿਹਾ ਹੈ ਤੇ ਆਪਣਾ ਗੁਜ਼ਾਰਾ ਕਰ ਰਿਹਾ ਹੈ, ਜਦ ਕਿ ਟੈਨਸ਼ਨਾਂ ਵਿੱਚ ਬੰਦਾ ਆਪਣੇ ਆਪ ਨੂੰ ਨਹੀਂ ਸਹੀ ਰੱਖ ਸਕਦਾ ਤੇ ਇਹ ਤਾਂ ਫੇਰ ਲੋਕਾਂ ਨੂੰ ਹਸਾ ਰਹੇ ਸੀ। ਤੇ ਇਸ ਤੋਂ ਵੀ ਵੱਡੀ ਗੱਲ ਕਿ ਇਹਨਾਂ ਨੂੰ 5-6 ਸਾਲ ਦੀ ਉਮਰ ਵਿੱਚ ਸਟੇਜ ਤੇ ਚੜ੍ਹਨਾ ਪੈ ਗਿਆ ਸੀ ਤੇ ਰਹਿਣ ਲਈ ਇਹ ਅਲੱਗ-ਅਲੱਗ ਫਲੈਟਾਂ ਦੇ ਵਿੱਚ ਜਾਂਦੇ ਰਹਿੰਦੇ ਸੀ। ਪਰ ਕਈ ਵਾਰ ਇਹ ਪਾਰਕ ਦੇ ਬੈਂਚਾਂ ਤੇ ਵੀ ਪੈਂਦੇ ਸੀ, ਪਰ ਕਈ ਵਾਰ ਪੈਸੇ ਨਾ ਹੋਣ ਕਾਰਨ ਖਾਣਾ ਵੀ ਨਹੀਂ ਖਾਂਦੇ ਸੀ, ਕਿਉਂਕਿ ਇਹਨਾਂ ਦਾ ਗੁਜ਼ਾਰਾ ਮਾਂ ਦੇ ਗਾਉਣ ਤੇ ਹੀ ਡਿਪੈਂਡ ਸੀ। ਪਰ ਮਾਂ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚੋਂ ਗੁਜ਼ਰ ਰਹੀ ਸੀ ਤੇ ਇੱਕ ਵਾਰ ਇਹਨਾਂ ਦੀ ਮਾਤਾ ਸਟੇਜ ਤੇ ਗਾ ਰਹੀ ਸੀ ਕਿ ਅਚਾਨਕ ਇੱਕੋ ਝਟਕੇ ਵਿੱਚ ਉਸ ਦੀ ਆਵਾਜ਼ ਬੰਦ ਹੋ ਗਈ ਤੇ ਜਿੰਨੀ ਵੀ ਆਡੀਅנס ਸਟੇਜ ਸ਼ੋਅ ਦੇਖ ਰਹੀ ਸੀ ਸਾਰੀ ਜੁੱਤੀਆਂ ਚੱਪਲਾਂ ਸਟੇਜ ਤੇ ਮਾਰਨ ਲੱਗੀ ਤੇ ਚਾਰਲੀ ਵੀ ਸਟੇਜ ਦੇ ਪਿੱਛੇ ਹੀ ਖੜਾ ਸੀ। ਤੇ ਉਸ ਵੇਲੇ ਪ੍ਰੋਡਿਊਸਰ ਨੇ ਚਾਰਲੀ ਨੂੰ ਸਟੇਜ ਤੇ ਗਾਉਣ ਲਈ ਭੇਜ ਦਿੱਤਾ, ਕਿਉਂਕਿ ਚਾਰਲੀ ਉਸ ਸਮੇਂ ਆਪਣੀ ਮਾਂ ਦੀ ਕਾਪੀ ਕਰਦਾ ਹੁੰਦਾ ਸੀ ਗਾਉਣ ਦੇ ਵਿੱਚ। ਇਹ ਚਾਰਲੀ ਨੂੰ ਲੱਗਦਾ ਸੀ ਅਸਲ ਵਿੱਚ ਉਹ ਮਿਮਿਕਰੀ ਬਹੁਤ ਹੀ ਫਨੀ ਲੱਗਦੀ ਸੀ, ਕਿਉਂਕਿ ਤੁਸੀਂ ਸੋਚ ਸਕਦੇ ਹੋ ਇੱਕ ਛੋਟਾ ਜਿਹਾ ਬੱਚਾ ਜੇਕਰ ਕਿਸੇ ਨੂੰ ਗਾ ਰਿਹਾ ਹੋਵੇ ਤਾਂ ਉਹ ਕਿਵੇਂ ਗਾਉਂਦਾ ਹੈ। ਤੇ ਅਜਿਹੇ ਸਮੇਂ ਵਿੱਚ ਉੱਥੋਂ ਦੇ ਪ੍ਰੋਡਿਊਸਰ ਨੇ ਥੋੜਾ ਦਿਮਾਗ ਲਗਾਇਆ ਤੇ ਚਾਰਲੀ ਨੂੰ ਸਟੇਜ ਤੇ ਭੇਜ ਦਿੱਤਾ ਤੇ ਚਾਰਲੀ ਨੇ ਆਪਣੀ ਮਾਤਾ ਨੂੰ ਇਸ ਤਰ੍ਹਾਂ ਸਟੇਜ ਤੇ ਦੇਖ ਕੇ ਗਾਣਾ ਗਾਉਣਾ ਸ਼ੁਰੂ ਕਰ ਦਿੱਤਾ, ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਇਆ ਤੇ ਲੋਕ ਖੜੇ ਹੋ ਕੇ ਦੇਖਣ ਲੱਗੇ ਤੇ ਬਹੁਤ ਸਾਰੇ ਲੋਕ ਸਟੇਜ ਉੱਤੇ ਪੈਸੇ ਵੀ ਸੁੱਟ ਰਹੇ ਸੀ। ਸੋ ਇੰਨੀ ਛੋਟੀ ਉਮਰ ਵਿੱਚ ਚਾਰਲੀ ਨੇ ਸਟੇਜ ਤੇ ਖੜਨਾ ਤੇ ਪਰਫਾਰਮ ਕਰਨਾ ਸਿੱਖ ਲਿਆ ਸੀ। ਪਰ ਅਫਸੋਸ ਦੀ ਗੱਲ ਕਿ ਇਹ ਸਟੇਜ ਸ਼ੋਅ ਤੋਂ ਬਾਅਦ ਉਹਨਾਂ ਦੀ ਮਾਂ ਦੀ ਆਵਾਜ਼ ਦੁਬਾਰਾ ਵਾਪਸ ਨਹੀਂ ਆਈ। ਜਦੋਂ ਚਾਰਲੀ 8-9 ਸਾਲ ਦੇ ਸੀ ਤਾਂ ਮੁਸ਼ਕਲਾਂ ਹੋਰ ਬਦਲਣ ਲੱਗੀਆਂ ਤੇ ਹੁਣ ਆਵਾਜ਼ ਤੇ ਪੈਸੇ ਨਾ ਕਰਕੇ ਚਾਰਲੀ ਦੀ ਮਾਤਾ ਡਿਪਰੈਸ਼ਨ ਵਿੱਚ ਪਾਗਲ ਹੋ ਗਈ, ਜਿਸ ਕਰਕੇ ਉਹਨਾਂ ਨੂੰ ਪਾਗਲਖਾਨੇ ਭੇਜਣਾ ਪਿਆ ਤੇ ਇਲਾਜ ਸ਼ੁਰੂ ਕਰਾਉਣਾ ਪਿਆ। ਤੇ ਇੱਧਰ ਚਾਰਲੀ ਤੇ ਇਹਨਾਂ ਦੇ ਭਰਾ ਕੋਲ ਰਹਿਣ ਲਈ ਕੋਈ ਘਰ ਨਹੀਂ ਸੀ, ਜਿਸ ਕਾਰਨ ਇਹ ਅਨਾਥ ਆਸ਼ਰਮ ਵਿੱਚ ਰਹਿਣ ਲੱਗੇ ਤੇ ਦੂਜੇ ਪਾਸੇ ਮਾਤਾ ਦੀ ਹਾਲਤ ਹੋਰ ਵਿਗੜ ਰਹੀ ਸੀ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ। ਪਰ ਚਾਰਲੀ ਤੇ ਉਸ ਦੇ ਭਰਾ ਨੂੰ ਕੋਰਟ ਨੇ ਪਿਤਾ ਕੋਲ ਭੇਜਣ ਦਾ ਫੈਸਲਾ ਕਰ ਲਿਆ, ਕਿਉਂਕਿ ਪਿਤਾ ਨੇ ਤਲਾਕ ਨਹੀਂ ਲਿਆ ਸੀ। ਤੇ ਹੁਣ ਇੱਕ ਵਾਰ ਚਾਰਲੀ ਤੇ ਉਸ ਦਾ ਭਰਾ ਫੇਰ ਖੁਸ਼ ਹੋਏ,
ਕਿਉਂਕਿ ਉਹਨਾਂ ਨੇ ਪਹਿਲੀ ਵਾਰ ਪਿਤਾ ਕੋਲ ਰਹਿਣ ਜਾਣਾ ਸੀ। ਪਰ ਚਾਰਲੀ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ ਤੇ ਚਾਰਲੀ ਨੂੰ ਲੱਗਦਾ ਸੀ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ। ਤੇ ਜਦੋਂ ਚਾਰਲੀ ਪਿਤਾ ਦੇ ਕੋਲ ਗਿਆ ਤਾਂ ਉੱਥੇ ਉਸਨੇ ਦੇਖਿਆ ਕਿ ਪਿਤਾ ਸਾਰਾ ਦਿਨ ਪੀ ਕੇ ਸੈੱਟ ਹੋਇਆ ਪਿਆ ਰਹਿੰਦਾ ਸੀ ਤੇ ਇਹਨਾਂ ਵੱਲ ਦੇਖਦਾ ਵੀ ਨਹੀਂ ਸੀ ਤੇ ਇਹਨਾਂ ਦੀ ਦੂਜੀ ਮਾਂ ਇਹਨਾਂ ਤੋਂ ਘਰ ਦੇ ਕੰਮ ਕਰਵਾਉਂਦੀ ਰਹਿੰਦੀ ਸੀ। ਕਈ ਵਾਰ ਇਹ ਬਾਹਰ ਜਾ ਕੇ ਭੀਖ ਵੀ ਮੰਗਦੇ ਸੀ ਤਾਂ ਕਿ ਕੁਝ ਖਾ ਸਕਣ ਤੇ ਇਹਨਾਂ ਦੀ ਪਿਤਾ ਕੋਲ ਆਉਣ ਦੀ ਖੁਸ਼ੀ ਦੁੱਖ ਵਿੱਚ ਬਦਲ ਗਈ ਸੀ। ਤੇ ਹੁਣ ਤੁਸੀਂ ਸੋਚ ਰਹੇ ਹੋ ਕਿ ਆਪਾਂ ਇੱਕ ਉਹ ਇਨਸਾਨ ਦੀ ਗੱਲ ਕਰ ਰਹੇ ਹਾਂ ਜੋ ਸਭ ਨੂੰ ਹਸਾਉਂਦਾ ਸੀ। ਹਾਲੇ ਤੱਕ ਉਸ ਦੀ ਲਾਈਫ ਬਿਲਕੁਲ ਦੁਖੀ ਹੀ ਚੱਲ ਰਹੀ ਹੈ ਤੇ 1901 ਵਿੱਚ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਤੇ ਇਹ ਆਪਣੀ ਮਾਤਾ ਕੋਲ ਗਏ ਪਰ ਉਸ ਦਾ ਹਜੇ ਵੀ ਇਲਾਜ ਚੱਲ ਰਿਹਾ ਸੀ। ਇਹ ਛੋਟੇ-ਮੋਟੇ ਸਟੇਜ ਸ਼ੋਅ ਕਰਨ ਲੱਗੇ, ਨਾਟਕ ਕਰਕੇ ਪੈਸੇ ਕਮਾਉਣ ਲੱਗੇ, ਪਰ ਇਹ ਸਭ ਕੰਮ ਕਰਦੇ-ਕਰਦੇ ਇਹਨਾਂ ਦਾ ਬਚਪਨ ਇੱਕਦਮ ਖਤਮ ਹੀ ਹੋ ਗਿਆ ਕਿਉਂਕਿ ਇਸ ਸਿਲਸਿਲੇ ਵਿੱਚ ਇਹਨਾਂ ਨੇ ਪੜ੍ਹਾਈ ਵੀ ਨਹੀਂ ਕੀਤੀ। ਹਾਲਾਂਕਿ ਇਹਨਾਂ ਨੂੰ ਸਕੂਲ ਭੇਜਿਆ ਜ਼ਰੂਰ ਸੀ ਪਰ ਇਹਨਾਂ ਨੇ ਕਿਹਾ ਕਿ ਪੜ੍ਹਾਈ ਤੋਂ ਜ਼ਿਆਦਾ ਖਾਣਾ ਜ਼ਰੂਰੀ ਹੈ ਜਿਸ ਦੇ ਲਈ ਪੈਸਾ ਚਾਹੀਦਾ ਹੈ ਤੇ 1903 ਵਿੱਚ ਇਹਨਾਂ ਦੀ ਮਾਤਾ ਦਿਮਾਗੀ ਤੌਰ ਤੇ ਹੋਰ ਅਪਸੈਟ ਹੋ ਗਈ ਤੇ ਜਿਸ ਤੋਂ ਬਾਅਦ 1928 ਤੱਕ ਉਹ ਪਾਗਲਖਾਨੇ ਵਿੱਚ ਹੀ ਰਹੀ ਤੇ ਦੂਜੇ ਪਾਸੇ ਚਾਰਲੀ ਮਿਹਨਤ ਕਰ ਰਿਹਾ ਸੀ ਤੇ ਇੱਕ ਵਾਰ ਚਾਰਲੀ ਤੇ ਉਸਦਾ ਭਰਾ ਇੱਕ ਨਾਟਕ ਮੰਚ ਵਿੱਚ ਨਾਟਕ ਕਰ ਰਹੇ ਸੀ। ਉੱਥੇ ਇੱਕ ਕੰਪਨੀ ਦੀ ਨਜ਼ਰ ਇਹਨਾਂ ਤੇ ਪਈ ਤੇ ਉਹਨਾਂ ਨੂੰ ਚਾਰਲੀ ਦੀ ਐਕਟਿੰਗ ਵਧੀਆ ਲੱਗੀ ਤੇ ਉਹ ਕੰਪਨੀ ਸ਼ੈਰਲੌਕ ਦੀ ਸੀਰੀਜ਼ ਬਣਾ ਰਹੀ ਸੀ ਤੇ ਉਹਨਾਂ ਨੇ ਉਹ ਸੀਰੀਜ਼ ਵਿੱਚ ਚਾਰਲੀ ਨੂੰ ਇੱਕ ਛੋਟਾ ਜਿਹਾ ਰੋਲ ਦਿੱਤਾ ਤੇ ਚਾਰਲੀ ਨੇ ਉਹ ਰੋਲ ਨੂੰ ਇੰਨਾ ਵਧੀਆ ਤਰੀਕੇ ਨਾਲ ਨਿਭਾਇਆ ਕਿ ਲੋਕਾਂ ਦੀ ਨਜ਼ਰਾਂ ਵਿੱਚ ਆ ਗਿਆ। ਜਦ ਕਿ ਚਾਰਲੀ ਸਿਰਫ ਉਦੋਂ 15 ਸਾਲ ਦੇ ਸੀ ਤੇ ਇਸੇ ਪ੍ਰਸਿੱਧੀ ਕਾਰਨ ਉਹਨਾਂ ਨੂੰ ਇੱਕ ਸਰਕਸ ਵਿੱਚ ਕੰਮ ਮਿਲ ਗਿਆ ਜਿੱਥੇ ਦੋਨਾਂ ਭਰਾਵਾਂ ਨੇ ਕਾਫੀ ਸਮਾਂ ਕੰਮ ਕੀਤਾ। ਤੇ ਤੁਹਾਨੂੰ ਦੱਸ ਦਈਏ ਕਿ ਇਹ ਸੀਰੀਜ਼ ਇੱਕ ਸਟੇਜ ਸ਼ੋਅ ਸੀ ਤੇ ਅਜੇ ਤੱਕ ਚਾਰਲੀ ਨੂੰ ਮੂਵੀ ਨਹੀਂ ਮਿਲੀ ਸੀ ਤੇ ਇਸ ਤੋਂ ਬਾਅਦ ਚਾਰਲੀ 1914 ਵਿੱਚ ਇੰਗਲੈਂਡ ਤੋਂ ਅਮਰੀਕਾ ਗਏ ਤੇ ਇਹਨਾਂ ਨੂੰ ਉੱਥੇ ਕੀਸਟੋਨ ਸਟੂਡੀਓ ਨਾਮ ਦੀ ਕੰਪਨੀ ਲੈ ਕੇ ਗਈ ਸੀ ਤੇ ਉੱਥੇ ਫਿਰ ਚਾਰਲੀ ਨੇ $150 ਇੱਕ ਹਫ਼ਤੇ ਦਾ ਕੰਟਰੈਕਟ ਸਾਈਨ ਕੀਤਾ ਤੇ ਇੱਥੇ ਚਾਰਲੀ ਨੂੰ ਨਾਟਕ, ਸਟੇਜ ਸ਼ੋਅ ਤੇ ਫਿਲਮਾਂ ਕਰਨ ਲਈ ਬੁਲਾਇਆ ਸੀ ਤੇ ਚਾਰਲੀ ਨੇ 1914 ਵਿੱਚ ਮੇਕ ਏ ਲਿਵਿੰਗ ਨਾਮ ਦੀ ਫਿਲਮ ਨਾਲ ਫਿਲਮਾਂ ਵਿੱਚ ਕਦਮ ਰੱਖਿਆ ਤੇ ਉਸ ਸਮੇਂ ਲੋਕ ਇਸ ਮੂਵੀ ਨੂੰ ਦੇਖ ਕੇ ਚਾਰਲੀ ਦੀ ਐਕਟਿੰਗ ਤੋਂ ਬਹੁਤ ਹੈਰਾਨ ਸੀ। ਚਾਰਲੀ ਡਾਇਰੈਕਟਰ ਦੀ ਗੱਲਬਾਤ ਜ਼ਿਆਦਾ ਸੁਣਦਾ ਨਹੀਂ ਸੀ ਕਿਉਂਕਿ ਉਹ ਖੁਦ ਕ੍ਰੀਏਟਿਵ ਦਿਮਾਗ ਦਾ ਇਨਸਾਨ ਸੀ ਤੇ ਅੱਗੇ ਜਾ ਕੇ ਉਹ ਖੁਦ ਹੀ ਫਿਲਮਾਂ ਬਣਾਉਣ ਲੱਗਿਆ। ਮਤਲਬ ਪਹਿਲਾਂ 1914 ਤੋਂ 1915 ਤੱਕ 35 ਫਿਲਮਾਂ ਦੂਜਿਆਂ ਨਾਲ ਕੀਤੀਆਂ ਤੇ ਉਸ ਤੋਂ ਬਾਅਦ ਦਾ ਲਿਟਲ ਟ੍ਰੈਪ ਨਾਮ ਦੀ ਫਿਲਮ ਇਹਨਾਂ ਦੀ ਸਭ ਤੋਂ ਵੱਧ ਸਫਲ ਹੋਈ ਤੇ 35 ਫਿਲਮਾਂ ਵਿੱਚੋਂ ਇੱਕ ਇਸੇ ਫਿਲਮ ਵਿੱਚ ਇਹਨਾਂ ਦੀ ਇਹ ਲੁੱਕ ਪਹਿਲੀ ਵਾਰ ਸਾਹਮਣੇ ਆਈ ਸੀ ਤੇ ਇਸ ਫਿਲਮ ਤੋਂ ਬਾਅਦ 1915 ਵਿੱਚ ਇਹਨਾਂ ਨੂੰ ਨਾਟਕ ਲਈ $1250 ਇੱਕ ਹਫ਼ਤੇ ਦੇ ਮਿਲਣ ਲੱਗੇ ਤੇ ਅੱਜ ਦੇ ਸਮੇਂ ਵਿੱਚ ਜੋ ਕਿ ਲੱਖਾਂ ਵਿੱਚ ਬਣਦੇ ਨੇ। ਮਤਲਬ ਉਸ ਸਮੇਂ ਚਾਰਲੀ ਦੀ ਕਮਾਈ ਅਮਰੀਕਾ ਦੇ ਰਾਸ਼ਟਰਪਤੀ ਤੋਂ ਵੀ ਵੱਧ ਹੋ ਗਈ ਸੀ ਜਦ ਕਿ ਦੇਸ਼ ਦੇ ਰਾਸ਼ਟਰਪਤੀ ਦੀ ਤਨਖਾਹ ਸਭ ਤੋਂ ਵੱਧ ਹੁੰਦੀ ਹੈ। ਇਸ ਤੋਂ ਬਾਅਦ ਚਾਰਲੀ ਨੇ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਸ ਤੋਂ ਬਾਅਦ ਇਹਨਾਂ ਨੇ ਇੱਕ ਕੰਪਨੀ ਵਿੱਚ ਜੁਆਇਨ ਕੀਤਾ ਜਿੱਥੇ ਉਸ ਸਮੇਂ ਦੇ $6,70,000 ਵਿੱਚ ਇੱਕ ਸਾਲ ਲਈ ਡੀਲ ਫਾਈਨਲ ਕੀਤੀ ਤੇ ਹੁਣ ਚਾਰਲੀ ਉਸ ਸਮੇਂ ਦੇ ਸਭ ਤੋਂ ਵੱਧ ਪੈਸੇ ਲੈਣ ਵਾਲੇ ਐਕਟਰ ਬਣ ਗਏ ਸੀ ਤੇ ਇੰਨੇ ਪੈਸੇ ਚਾਰਲੀ ਨੂੰ ਇਸ ਕਰਕੇ ਮਿਲਦੇ ਸੀ ਕਿਉਂਕਿ ਉਹ ਫਿਲਮਾਂ ਵਿੱਚ ਮਿਊਜ਼ਿਕ ਡਾਇਰੈਕਟਰ, ਕੰਪੋਜ਼ਰ, ਐਡੀਟਰ ਤੇ ਐਕਟਰ ਖੁਦ ਹੀ ਸੀ ਜਿਸ ਕਾਰਨ ਕੰਪਨੀ ਇਹਨਾਂ ਨੂੰ ਇੰਨੇ ਪੈਸੇ ਦਿੰਦੀ ਸੀ ਤੇ ਉਸ ਸਮੇਂ ਲੋਕ ਮੰਨਦੇ ਸੀ ਕਿ ਚਾਰਲੀ ਕਦੇ ਵੀ ਕੋਈ ਗਲਤੀ ਨਹੀਂ ਕਰ ਸਕਦਾ ਕਿਉਂਕਿ ਇਹ ਬਹੁਤ ਹੀ ਪਰਫੈਕਟ ਇਨਸਾਨ ਹੈ ਤੇ ਚਾਰਲੀ ਨੇ ਇੱਕ ਸਿਟੀ ਲਾਈਟ ਨਾਮ ਦੀ ਫਿਲਮ ਬਣਾਈ ਸੀ ਤੇ ਉਸ ਦੇ ਫਿਲਮ ਪ੍ਰੀਮੀਅਰ ਵਿੱਚ ਅਲਬਰਟ ਆਇਨਸਟਾਈਨ ਨੂੰ ਬੁਲਾਇਆ ਤੇ ਉਸ ਸਮੇਂ ਚਾਰਲੀ ਤੇ ਆਇਨਸਟਾਈਨ ਨੇ ਬਹੁਤ ਗੱਲਾਂ ਕੀਤੀਆਂ ਤੇ ਉੱਥੇ ਆਇਨਸਟਾਈਨ ਨੇ ਚਾਰਲੀ ਨੂੰ ਕਿਹਾ ਕਿ ਤੁਸੀਂ ਬਹੁਤ ਫੇਮਸ ਹੋ ਤੇ ਸਾਇਲੈਂਟ ਫਿਲਮਾਂ ਬਣਾਉਂਦੇ ਹੋ ਤਾਂ ਵੀ ਲੋਕ ਤੁਹਾਡੀ ਗੱਲ ਨੂੰ ਬੜੀ ਹੀ ਆਸਾਨੀ ਦੇ ਨਾਲ ਸਮਝ ਜਾਂਦੇ ਨੇ ਤੇ ਇਹ ਗੱਲ ਸੁਣ ਕੇ ਚਾਰਲੀ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਫੇਮਸ ਹੋ ਤੇ ਪੂਰੀ ਦੁਨੀਆ ਵਿੱਚ ਤੁਸੀਂ ਲੋਕਾਂ ਦੇ ਕੋਲ ਜਾ ਕੇ ਬੋਲ ਕੇ ਦੱਸਦੇ ਹੋ ਤੇ ਲੋਕ ਤੁਹਾਡੀਆਂ ਗੱਲਾਂ ਨੂੰ ਫੇਰ ਵੀ ਨਹੀਂ ਸਮਝਦੇ। ਸੋਨਾ ਦੇ ਕਹਿਣ ਦਾ ਮਤਲਬ ਇਹ ਸੀ ਕਿ ਦੁਨੀਆ ਨੂੰ ਸਮਝਾਉਣ ਲਈ ਰੌਲਾ ਪਾਉਣ ਦੀ ਲੋੜ ਨਹੀਂ, ਕਈ ਵਾਰ ਚੰਗੀ ਤਰ੍ਹਾਂ ਕੀਤਾ ਹੋਇਆ ਇਸ਼ਾਰਾ ਹੀ ਕਾਫੀ ਹੁੰਦਾ ਹੈ। ਪਰ 1940 ਵਿੱਚ ਚਾਰਲੀ ਨੇ ਇੱਕ ਫਿਲਮ ਬਣਾਈ ਦਾ ਗ੍ਰੇਟ ਡਿਕਟੇਟਰ ਤੇ ਇਹ ਫਿਲਮ ਵਿੱਚ ਚਾਰਲੀ ਨੇ ਹਿਟਲਰ ਦਾ ਮਜ਼ਾਕ ਬਣਾਇਆ ਤੇ ਉਸੇ ਸਮੇਂ ਵਰਲਡ ਵਾਰ 2 ਚੱਲ ਰਹੀ ਸੀ ਤੇ ਇਹ ਮਜ਼ਾਕ ਚਾਰਲੀ ਨੂੰ ਬਹੁਤ ਭਾਰਾ ਪੈ ਗਿਆ ਕਿਉਂਕਿ ਜਦੋਂ ਵਰਲਡ ਵਾਰ 2 ਖਤਮ ਹੋਈ ਤਾਂ ਲੋਕਾਂ ਨੇ ਚਾਰਲੀ ਉੱਤੇ ਸ਼ੱਕ ਕੀਤਾ ਕਿ ਇਹ ਜਰਮਨੀ ਦਾ ਇੱਕ ਜਾਸੂਸ ਹੈ ਤੇ ਇਹ ਦੇਖਣ ਵਿੱਚ ਵੀ ਥੋੜਾ ਹਿਟਲਰ ਵਰਗਾ ਲੱਗਦਾ ਸੀ ਤੇ ਜਨਮ ਵੀ ਦੋਨਾਂ ਦਾ ਇਕੱਠੇ ਹੀ ਹੋਇਆ ਸੀ ਤੇ ਜਿਸ ਕਰਕੇ ਲੋਕ ਇਹਨਾਂ ਨੂੰ ਬੁਰਾ ਭਲਾ ਕਹਿਣ ਲੱਗੇ ਤੇ ਚਾਰਲੀ ਦਾ ਡਾਊਨਫਾਲ ਸ਼ੁਰੂ ਹੋ ਗਿਆ ਤੇ ਦੂਜੇ ਪਾਸੇ ਚਾਰਲੀ ਅਮਰੀਕਾ ਤੋਂ ਘੁੰਮਣ ਲਈ ਲੰਡਨ ਗਿਆ ਹੋਇਆ ਸੀ ਤੇ ਪਿੱਛੇ ਤੋਂ 1952 ਵਿੱਚ ਅਮਰੀਕਾ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਕਰਕੇ ਨਿਊਜ਼ ਚੈਨਲਾਂ ਤੇ ਫੈਲਾ ਦਿੱਤਾ ਕਿ ਚਾਰਲੀ ਹੁਣ ਅਮਰੀਕਾ ਵਾਪਸ ਨਹੀਂ ਆਵੇਗਾ। ਮਤਲਬ ਇੱਕ ਤਰ੍ਹਾਂ ਚਾਰਲੀ ਨੂੰ ਅਮਰੀਕਾ ਨੇ ਦੇਸ਼ ਨਿਕਾਲਾ ਦੇ ਦਿੱਤਾ ਸੀ ਪਰ ਚਾਰਲੀ ਨੇ ਆਪਣੀ ਖੁਸ਼ੀ ਦੇ ਦਿਨ
ਸਫਲਤਾ ਦੇ ਦਿਨ ਅਮਰੀਕਾ ਦੇ ਵਿੱਚ ਹੀ ਦੇਖੇ ਸੀ ਤੇ ਨਿਊਯਾਰਕ ਤੇ ਐਲਏ ਚਾਰਲੀ ਨੂੰ ਬਹੁਤ ਪਸੰਦ ਸੀ ਤੇ ਉਹ ਦੁਬਾਰਾ ਅਮਰੀਕਾ ਆਉਣਾ ਚਾਹੁੰਦਾ ਸੀ, ਪਰ ਅਫਸੋਸ ਅਮਰੀਕਾ ਨੇ ਉਸ ਨੂੰ ਨਹੀਂ ਆਉਣ ਦਿੱਤਾ। ਉਸ ਤੋਂ ਬਾਅਦ ਚਾਰਲੀ ਲੰਡਨ ਤੋਂ ਸਵਿਟਜ਼ਰਲੈਂਡ ਚਲੇ ਗਏ ਤੇ ਆਪਣੀ ਮੌਤ ਤੱਕ ਉੱਥੇ ਹੀ ਰਹੇ ਤੇ 1976 ਤੱਕ ਚਾਰਲੀ ਫਿਲਮਾਂ ਬਣਾਉਂਦੇ ਰਹੇ ਤੇ ਲਿਖਦੇ ਰਹੇ। 1977 ਵਿੱਚ 88 ਸਾਲ ਦੀ ਉਮਰ ਵਿੱਚ 25 ਦਸੰਬਰ ਕ੍ਰਿਸਮਸ ਵਾਲੇ ਦਿਨ ਚਾਰਲੀ ਸਵਿਟਜ਼ਰਲੈਂਡ ਦੇ ਘਰ ਵਿੱਚ ਰਹਿੰਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਤੇ ਤੁਹਾਨੂੰ ਦੱਸ ਦਈਏ ਕਿ ਚਾਰਲੀ ਨੂੰ 1972 ਦੇ ਆਸਕਰ ਵਿੱਚ ਆਨਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਕਮਾਲ ਦੀ ਗੱਲ ਇਹ ਹੈ ਕਿ ਪਹਿਲੀ ਵਾਰ ਆਡੀਅנס 12 ਮਿੰਟ ਤੱਕ ਖੜੀ ਰਹੀ ਚਾਰਲੀ ਨੂੰ ਸਨਮਾਨ ਦੇਣ ਲਈ, ਜੋ ਕਿ ਆਸਕਰ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ ਤੇ ਇਹ ਪਹਿਲਾ ਮੌਕਾ ਸੀ ਜਦੋਂ ਚਾਰਲੀ ਆਸਕਰ ਅਵਾਰਡ ਵਿੱਚ ਸ਼ਾਮਲ ਹੋਏ ਸੀ ਤੇ ਇੰਨਾ ਲੋਕਾਂ ਦਾ ਪਿਆਰ ਦੇਖਣ ਤੋਂ ਬਾਅਦ ਚਾਰਲੀ ਭਾਵੁਕ ਵੀ ਹੋ ਗਏ ਸੀ। ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਚਾਰਲੀ ਦਾ ਸਰੀਰ ਚੋਰੀ ਹੋ ਗਿਆ ਸੀ। ਦੋ ਇਨਸਾਨਾਂ ਨੇ ਉਹਨਾਂ ਦੀ ਕਬਰ ਖੋਦ ਕੇ ਉਹਨਾਂ ਦੀ ਡੈਡ ਬੋਡੀ ਨੂੰ ਕੱਢ ਲਿਆ ਸੀ ਤੇ ਫਿਰ ਉਹਨਾਂ ਨੇ ਘਰਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਚਾਰਲੀ ਦਾ ਸਰੀਰ ਚਾਹੀਦਾ ਤਾਂ $4 ਲੱਖ ਦੇਣੇ ਪੈਣਗੇ, ਤਾਂ ਹੀ ਅਸੀਂ ਚਾਰਲੀ ਦਾ ਸਰੀਰ ਵਾਪਸ ਕਰਾਂਗੇ। ਪਰ ਉਹਨਾਂ ਦੇ ਪਰਿਵਾਰ ਨੇ ਪੈਸੇ ਨਹੀਂ ਦਿੱਤੇ ਕਿਉਂਕਿ ਇਹ ਕੰਮ ਚਾਰਲੀ ਦੇ ਅਸੂਲਾਂ ਦੇ ਖਿਲਾਫ ਸੀ। ਪਰ 11 ਦਿਨ ਬਾਅਦ ਪੁਲਿਸ ਨੇ ਉਹ ਦੋ ਇਨਸਾਨਾਂ ਨੂੰ ਫੜ ਲਿਆ ਸੀ ਤੇ ਇਸ ਤਰ੍ਹਾਂ ਫਿਰ ਚਾਰਲੀ ਦੇ ਸਰੀਰ ਨੂੰ 11 ਦਿਨ ਬਾਅਦ ਦੁਬਾਰਾ ਦਫਨਾਇਆ ਗਿਆ। ਸੋ ਅੱਗੇ ਗੱਲ ਕਰਦੇ ਹਾਂ, ਇੱਕ ਵਾਰ ਜਦੋਂ ਉਹਨਾਂ ਦਾ ਜਨਮ ਦਿਨ ਸੀ ਤਾਂ ਉਹਨਾਂ ਦੇ ਯਾਰਾਂ ਦੋਸਤਾਂ ਨੇ ਸੋਚਿਆ ਕਿ ਇਸ ਵਾਰ ਜਨਮ ਦਿਨ ਤੇ ਇੱਕ ਕੰਪੀਟੀਸ਼ਨ ਰੱਖਦੇ ਹਾਂ ਤੇ ਜੋ ਇਨਸਾਨ ਚਾਰਲੀ ਚੈਪਲਿਨ ਦਾ ਸਭ ਤੋਂ ਵਧੀਆ ਰੋਲ ਕਰੇਗਾ ਉਸ ਨੂੰ ਫਸਟ ਪ੍ਰਾਈਜ਼ ਦੇਵਾਂਗੇ। ਤੇ ਪੂਰੀ ਦੁਨੀਆ ਵਿੱਚੋਂ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਉਸ ਤੋਂ ਬਾਅਦ ਲੰਡਨ ਦੇ ਵਿੱਚ ਇਸ ਦਾ ਫਾਈਨਲ ਸ਼ੋਅ ਹੋਣਾ ਸੀ ਤੇ ਇਸ ਤੋਂ ਬਾਅਦ ਚਾਰਲੀ ਚੈਪਲਿਨ ਨੂੰ ਇੱਕ ਆਈਡੀਆ ਆਇਆ ਕਿ ਕਿਉਂ ਨਾ ਮੈਂ ਇਸ ਕੰਪੀਟੀਸ਼ਨ ਵਿੱਚ ਆਪ ਵੀ ਹਿੱਸਾ ਲੈ ਲਵਾਂ ਕਿਸੇ ਹੋਰ ਨਾਮ ਨਾਲ, ਕਿਉਂਕਿ ਉਹ ਜਾਣਦੇ ਸੀ ਕਿ ਜੇਕਰ ਚਾਰਲੀ ਚੈਪਲਿਨ ਦਾ ਰੋਲ ਚਾਰਲੀ ਖੁਦ ਹੀ ਕਰੇਗਾ ਤਾਂ ਕਿਸੇ ਹੋਰ ਦੀ ਜਿੱਤਣ ਦੀ ਸੰਭਾਵਨਾ ਹੀ ਨਹੀਂ ਹੋਵੇਗੀ। ਸੋ ਇਹ ਪ੍ਰਾਈਜ਼ ਮੈਂ ਖੁਦ ਹੀ ਲੈ ਲਵਾਂਗਾ। ਪਰ ਅਸਲ ਵਿੱਚ ਇਹ ਉਹਨਾਂ ਦੀ ਬਹੁਤ ਵੱਡੀ ਗਲਤੀ ਸੀ ਕਿਉਂਕਿ ਜਦੋਂ ਰਿਜ਼ਲਟ ਆਇਆ ਤਾਂ ਸਾਰੇ ਜਣੇ ਹੈਰਾਨ ਹੋ ਗਏ ਸੀ ਤੇ ਸਭ ਤੋਂ ਜ਼ਿਆਦਾ ਹੈਰਾਨੀ ਚਾਰਲੀ ਚੈਪਲਿਨ ਨੂੰ ਖੁਦ ਹੀ ਹੋਈ ਸੀ ਕਿਉਂਕਿ ਜਦੋਂ ਰਿਜ਼ਲਟ ਆਇਆ ਤਾਂ ਸਭ ਤੋਂ ਵਧੀਆ ਜੋ ਚਾਰਲੀ ਚੈਪਲਿਨ ਬਣਿਆ ਸੀ ਉਹ ਅਸਲੀ ਚਾਰਲੀ ਨਹੀਂ ਸੀ, ਕਿਸੇ ਹੋਰ ਨੇ ਹੀ ਚਾਰਲੀ ਤੋਂ ਵੀ ਵਧੀਆ ਗੈਟਅਪ ਬਣਾ ਲਿਆ ਸੀ ਤੇ ਅਸਲੀ ਚਾਰਲੀ ਦੂਜੇ ਨੰਬਰ ਤੇ ਆਏ ਸੀ ਤੇ ਫਸਟ ਪ੍ਰਾਈਜ਼ ਕੋਈ ਹੋਰ ਲੈ ਗਿਆ। ਪਰ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਚਾਰਲੀ ਨੇ ਕੋਈ ਪ੍ਰੈਕਟਿਸ ਨਹੀਂ ਕੀਤੀ ਸੀ ਤੇ ਜਿਹੜਾ ਦੂਜਾ ਬੰਦਾ ਸੀ ਉਸ ਨੇ ਉਹਨਾਂ ਦੀਆਂ ਸਾਰੀਆਂ ਫਿਲਮਾਂ ਨੂੰ ਦੇਖਿਆ, ਕੱਲੀ ਚੀਜ਼ ਦੀ ਪ੍ਰੈਕਟਿਸ ਕੀਤੀ ਕਿਉਂਕਿ ਉਹ ਚਾਰਲੀ ਵਰਗਾ ਬਣਨਾ ਚਾਹੁੰਦਾ ਸੀ। ਪਰ ਚਾਰਲੀ ਨੇ ਪ੍ਰੈਕਟਿਸ ਨਹੀਂ ਕੀਤੀ ਕਿਉਂਕਿ ਉਸ ਨੂੰ ਪਤਾ ਸੀ ਕਿ ਮੈਂ ਤਾਂ ਖੁਦ ਹੀ ਚਾਰਲੀ ਹਾਂ। ਪਰ ਦੂਜੇ ਨੇ ਬਾਰੀਕੀ ਨਾਲ ਅਧਿਐਨ ਕੀਤਾ, ਕੱਲੀ ਚੀਜ਼ ਨੂੰ ਚੰਗੀ ਤਰ੍ਹਾਂ ਸਿੱਖਿਆ ਤੇ ਅਸਲੀ ਚਾਰਲੀ ਦਾ ਰੋਲ ਅਸਲੀ ਚਾਰਲੀ ਤੋਂ ਵੀ ਵਧੀਆ ਕਰਕੇ ਦਿਖਾਇਆ, ਜਿਸ ਕਰਕੇ ਉਸ ਨੂੰ ਫਸਟ ਪ੍ਰਾਈਜ਼ ਮਿਲਿਆ। ਸੋ ਇੱਥੇ ਇੱਕ ਚੀਜ਼ ਸਿੱਧ ਹੋ ਜਾਂਦੀ ਹੈ ਕਿ ਜਦੋਂ ਤੁਸੀਂ ਸਿੱਖਣਾ ਛੱਡ ਦਿੱਤਾ, ਲਰਨਿੰਗ ਛੱਡ ਦਿੱਤੀ, ਪ੍ਰੈਕਟਿਸ ਛੱਡ ਦਿੱਤੀ ਤਾਂ ਉਸ ਤੋਂ ਬਾਅਦ ਇਨਸਾਨ ਦਾ ਪਿੱਛੇ ਜਾਣਾ ਸ਼ੁਰੂ ਹੋ ਜਾਂਦਾ ਹੈ। ਸੋ ਸਾਡੇ ਕਹਿਣ ਦਾ ਮਤਲਬ ਹੈ ਕਿ ਕਦੇ ਵੀ ਸਿੱਖਣਾ ਬੰਦ ਨਾ ਕਰੋ, ਪ੍ਰੈਕਟਿਸ ਕਰਨੀ ਬੰਦ ਨਾ ਕਰੋ। ਪਰ ਆਪਣੇ ਪੰਜਾਬ ਵਿੱਚ ਇਸ ਤੋਂ ਉਲਟ ਚੱਲਦਾ ਹੈ ਤੇ ਤੁਸੀਂ ਬਹੁਤ ਸਾਰੇ ਬਜ਼ੁਰਗਾਂ ਨੂੰ ਦੇਖਿਆ ਵੀ ਹੋਵੇਗਾ, ਜੇਕਰ ਤੁਸੀਂ ਉਹਨਾਂ ਨੂੰ ਕੋਈ ਗੱਲ ਦੱਸੋਗੇ ਤਾਂ ਉਹ ਕਹਿਣਗੇ ਕਿ ਤੂੰ ਮੈਨੂੰ ਸਮਝਾਉਣਾ, ਮੈਂ ਦੁਨੀਆ ਦੇਖੀ ਹੈ। ਪਰ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੇਖ ਕੇ ਨਹੀਂ ਸਰਨਾ ਕਿਉਂਕਿ ਦੁਨੀਆ ਤੇਜ਼ ਬਹੁਤ ਹੋ ਗਈ, ਬਦਲਾਅ ਬਹੁਤ ਹੋ ਰਿਹਾ ਹੈ, ਤੁਹਾਡਾ ਦੇਖਿਆ ਪੁਰਾਣਾ ਹੋ ਜਾਵੇਗਾ। ਹੁਣ ਸਾਨੂੰ ਦੁਨੀਆ ਦੇਖਦੇ ਹੀ ਰਹਿਣਾ ਪੈਣਾ ਹੈ। ਚਾਰਲੀ ਚੈਪਲਿਨ ਦਾ ਕਹਿਣਾ ਸੀ ਕਿ ਸ਼ੀਸ਼ਾ ਮੇਰਾ ਸਭ ਤੋਂ ਚੰਗਾ ਮਿੱਤਰ ਹੈ ਕਿਉਂਕਿ ਜਦੋਂ ਮੈਂ ਰੋਂਦਾ ਤਾਂ ਉਹ ਮੇਰੇ ਤੇ ਕਦੇ ਵੀ ਹੱਸਦਾ ਨਹੀਂ ਤੇ ਜੇਕਰ ਤੁਸੀਂ ਕਿਸੇ ਦਿਨ ਹੱਸੇ ਨਹੀਂ ਤਾਂ ਉਹ ਦਿਨ ਤੁਹਾਡਾ ਬਰਬਾਦ ਹੋਵੇਗਾ। ਤੇ ਉਹਨਾਂ ਦੀ ਇੱਕ ਬਹੁਤ ਹੀ ਕਮਾਲ ਦੀ ਗੱਲ ਹੈ ਕਿ ਇਸ ਦੁਨੀਆ ਦੇ ਵਿੱਚ ਕੁਝ ਵੀ ਹਮੇਸ਼ਾ ਇੱਕੇ ਥਾਂ ਤੇ ਨਹੀਂ ਖੜਾ ਰਹਿੰਦਾ, ਮਤਲਬ ਕਿ ਸਾਡੀਆਂ ਮੁਸੀਬਤਾਂ ਵੀ ਨਹੀਂ ਜੋ ਅੱਜ ਚੱਲ ਰਹੀਆਂ ਨੇ ਉਹ ਕੱਲ ਨੂੰ ਲੰਘ ਜਾਣਗੀਆਂ। ਤੇ ਉਹਨਾਂ ਦਾ ਕਹਿਣਾ ਸੀ ਕਿ ਜ਼ਿੰਦਗੀ ਬਹੁਤ ਵਧੀਆ ਹੋ ਸਕਦੀ ਹੈ ਜੇਕਰ ਲੋਕ ਤੁਹਾਨੂੰ ਇਕੱਲਾ ਛੱਡ ਦੇਣ। ਸੋ ਚਾਰਲੀ ਦਾ ਕਹਿਣਾ ਸੀ ਕਿ ਮੈਂ ਹਮੇਸ਼ਾ ਬਰਸਾਤ ਵਿੱਚ ਘੁੰਮਣਾ ਬਹੁਤ ਪਸੰਦ ਕਰਦਾ ਹਾਂ ਤਾਂ ਜੋ ਕੋਈ ਮੈਨੂੰ ਰੋਂਦਾ ਹੋਇਆ ਨਾ ਦੇਖ ਸਕੇ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰam ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਤੇ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।